ਧਰਤੀ ਦਾ ਉਹ ਬਹੁਤ ਸਾਰਾ ਹਿੱਸਾ ਜਾਂ ਭਾਗ ਜਿਹੜਾ ਕਿ ਬਹੁਤ ਸੰਘਣੇ ਰੁੱਖਾਂ ਨਾਲ ਘਿਰਿਆ ਹੋਵੇ ਅਤੇ ਉਸ ਉੱਪਰ ਅਨੇਕਾਂ ਪ੍ਰਕਾਰ ਦੇ ਪੌਦੇ ਤੇ ਜੀਵ ਜੰਤੂ ਪਾਏ ਜਾਂਦੇ ਹੋਣ, ਉਸ ਨੂੰ ਜੰਗਲ ਕਿਹਾ ਜਾਂਦਾ ਹੈ। ਇਹਨਾਂ ਜੰਗਲਾਂ ਦਾ ਮਨੁੱਖ ਜਾਤੀ ਦੀ ਭਲਾਈ ਅਤੇ ਜਿਉਂਦੇ ਰਹਿਣ ਲਈ ਹੋਣਾ ਬਹੁਤ ਜ਼ਰੂਰੀ ਹੈ। ਕਾਫੀ ਸਮਾਂ ਪਹਿਲਾਂ ਮਨੁੱਖ, ਜੀਵ ਜੰਤੂਆਂ ਅਤੇ ਜੰਗਲਾਂ ਦੇ ਵਿੱਚ ਇੱਕ ਸੰਤੁਲਨ ਕਾਇਮ ਸੀ, ਪਰ ਅਫਸੋਸ ਅੱਜ ਇਹ ਸੰਤੁਲਨ ਵਿਗੜਦਾ ਜਾ ਰਿਹਾ ਹੈ। ਅੱਜ ਜੰਗਲਾਂ ਅਤੇ ਜੀਵ ਜੰਤੂਆਂ ਦੀ ਹੋਂਦ ਨੂੰ ਖਤਰਾ ਬਣਿਆ ਹੋਇਆ ਹੈ। ਅੱਜ ਅਸੀਂ ਕਲਾਸ 8 ਅਧਿਆਇ 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ ਕੰਜ਼ਰਵੇਸ਼ਨ ਆਫ ਪਲਾਂਟਸ ਐਂਡ ਐਨੀਮਲਸ ਵਿੱਚ ਇਹੀ ਪੜ੍ਹਾਂਗੇ ਕਿ ਕੁਦਰਤ ਵਿੱਚ ਇਸ ਵਿਗੜਦੇ ਹੋਏ ਸੰਤੁਲਨ ਦੇ ਕੀ ਕਾਰਨ ਹਨ ਤੇ ਉਹਨਾਂ ਕਾਰਨਾਂ ਨੂੰ ਕਿਵੇਂ ਦੂਰ ਕਰਕੇ ਇਸ ਸੰਤੁਲਨ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਇਸ ਪ੍ਰਿਥਵੀ ਦੇ ਉੱਪਰ ਸ਼ੁੱਧ ਵਾਤਾਵਰਣ ਦੇ ਮੁੱਖ ਸਰੋਤ ਜੰਗਲ ਹੀ ਹਨ। ਦਰੱਖਤਾਂ ਦੀ ਕਟਾਈ ਦੇ ਕਾਰਨ ਹੀ ਜੰਗਲਾਂ ਦਾ ਖੇਤਰ ਘਟਦਾ ਜਾ ਰਿਹਾ ਹੈ। ਆਓ ਦੇਖੀਏ ਜੰਗਲਾਂ ਦੀ ਕਟਾਈ ਦੇ ਕੀ ਕਾਰਨ ਹਨ। ਮਨੁੱਖ ਇਹਨਾਂ ਜੰਗਲਾਂ ਨੂੰ ਕਿਉਂ ਕੱਟ ਰਿਹਾ ਹੈ। ਸਭ ਤੋਂ ਪਹਿਲਾ ਕਾਰਨ ਹੈ ਸ਼ਹਿਰੀਕਰਨ। ਵੱਧਦੀ ਆਬਾਦੀ ਕਾਰਨ ਮਨੁੱਖ ਨੂੰ ਆਪਣੇ ਆਵਾਸ ਦੀ ਜ਼ਰੂਰਤ ਪੈਂਦੀ ਹੈ, ਜਿਸ ਕਾਰਨ ਉਸ ਨੂੰ ਆਪਣੇ ਘਰ ਬਣਾਉਣ ਲਈ ਅਤੇ ਹੋਰ ਸਹੂਲਤਾਂ ਲਈ ਬਸਤੀਆਂ ਦਾ ਨਿਰਮਾਣ ਕਰਨਾ ਪੈਂਦਾ ਹੈ। ਇਸ ਤਰ੍ਹਾਂ ਸ਼ਹਿਰਾਂ ਦਾ ਵੱਡੇ ਪੱਧਰ 'ਤੇ ਵਿਸਥਾਰ ਵੱਧਦਾ ਹੀ ਜਾ ਰਿਹਾ ਹੈ। ਦੂਜਾ ਕਾਰਨ ਹੈ ਜ਼ਿਆਦਾ ਖੇਤੀਬਾੜੀ ਲਈ ਭੂਮੀ ਤਿਆਰ ਕਰਨਾ। ਮਨੁੱਖ ਨੂੰ ਆਪਣੀ ਖਾਣ ਪੀਣ ਦੀਆਂ ਜ਼ਰੂਰਤਾਂ ਲਈ ਵੱਧ ਪੈਦਾਵਾਰ ਦੀ ਜ਼ਰੂਰਤ ਹੁੰਦੀ ਹੈ। ਇਸ ਤਰ੍ਹਾਂ ਖੇਤੀਬਾੜੀ ਲਈ ਦਰੱਖਤਾਂ ਨੂੰ ਕੱਟ ਕੇ ਹੋਰ ਖੇਤਰ ਵਧਾਇਆ ਜਾ ਰਿਹਾ ਹੈ। ਇਸ ਤੋਂ ਅਗਲਾ ਕਾਰਨ ਹੈ ਫਰਨੀਚਰ। ਮਨੁੱਖ ਨੂੰ ਆਪਣੇ ਘਰ ਦੇ ਫਰਨੀਚਰ ਲਈ ਜਾਂ ਹੋਰ ਸਾਜ਼ੋ ਸਮਾਨ ਲਈ ਲੱਕੜ ਦੀ ਜ਼ਰੂਰਤ ਪੈਂਦੀ ਹੈ, ਜਿਹੜੀ ਕਿ ਦਰੱਖਤਾਂ ਨੂੰ ਕੱਟ ਕੇ ਪੂਰੀ ਕੀਤੀ ਜਾ ਰਹੀ ਹੈ। ਕਈ ਵਾਰ ਅਣਜਾਣੇ ਕਾਰਨਾਂ ਕਰਕੇ ਜੰਗਲਾਂ ਨੂੰ ਅੱਗ ਲੱਗ ਜਾਂਦੀ ਹੈ, ਜਿਸ ਨਾਲ ਵੱਡੇ ਪੱਧਰ 'ਤੇ ਜੰਗਲ ਤਬਾਹ ਹੋ ਜਾਂਦੇ ਹਨ। ਹੁਣ ਤੱਕ ਅਸੀਂ ਜੰਗਲਾਂ ਦੀ ਕਟਾਈ ਦੇ ਕਾਰਨਾਂ ਨੂੰ ਦੇਖ ਲਿਆ ਹੈ ਤੇ ਹੁਣ ਅਸੀਂ ਅੱਗੇ ਪੜ੍ਹਾਂਗੇ ਕਿ ਜੰਗਲਾਂ ਦੇ ਘੱਟ ਹੋਣ ਦੇ ਕਾਰਨ ਵਾਤਾਵਰਣ ਦੇ ਉੱਪਰ ਕੀ ਮਾੜੇ ਪ੍ਰਭਾਵ ਪੈਂਦੇ ਹਨ। ਜੰਗਲ ਘੱਟ ਹੋਣ ਕਾਰਨ ਵਾਤਾਵਰਣ ਵਿੱਚ ਕਾਰਬਨ ਡਾਈਆਕਸਾਈਡ ਗੈਸ ਦਾ ਸੋਖਣ ਨਹੀਂ ਹੋ ਪਾਉਂਦਾ ਤੇ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਗੈਸ ਦੀ ਮਾਤਰਾ ਵੱਧ ਜਾਂਦੀ ਹੈ। ਵਾਯੂਮੰਡਲ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਪ੍ਰਿਥਵੀ ਦੁਆਰਾ ਉਤਸਰਜਿਤ ਤਾਪ ਵਿਕਿਰਣਾਂ ਨੂੰ ਆਪਣੇ ਵਿੱਚ ਸੋਖ ਲੈਂਦੀ ਹੈ, ਜਿਸ ਕਾਰਨ ਵਿਸ਼ਵ ਤਾਪਮਾਨ ਵਿੱਚ ਵਾਧਾ ਹੋ ਜਾਂਦਾ ਹੈ, ਜਿਸ ਨੂੰ ਗਲੋਬਲ ਵਾਰਮਿੰਗ ਕਹਿੰਦੇ ਹਨ। ਗਲੋਬਲ ਵਾਰਮਿੰਗ ਦੇ ਕਾਰਨ ਹੀ ਜਲ ਚੱਕਰ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਵਰਖਾ ਦੀ ਦਰ ਵਿੱਚ ਕਮੀ ਆ ਜਾਂਦੀ ਹੈ। ਨਤੀਜੇ ਵਜੋਂ ਧਰਤੀ 'ਤੇ ਸੋਕਾ ਪੈ ਜਾਂਦਾ ਹੈ। ਇਸ ਗਲੋਬਲ ਵਾਰਮਿੰਗ ਦੇ ਕਾਰਨ ਹੀ ਧਰੁਵਾਂ ਤੇ ਪਹਾੜਾਂ 'ਤੇ ਪਈ ਬਰਫ਼ ਪਿਘਲਣਾ ਸ਼ੁਰੂ ਕਰ ਦਿੰਦੀ ਹੈ। ਨਤੀਜੇ ਵਜੋਂ ਸਮੁੰਦਰ ਵਿੱਚ ਪਾਣੀ ਦਾ ਪੱਧਰ ਵਧਣ ਲੱਗਦਾ ਹੈ, ਜਿਸ ਕਾਰਨ ਸਮੁੰਦਰ ਦੇ ਕਿਨਾਰਿਆਂ 'ਤੇ ਵਸੇ ਸ਼ਹਿਰਾਂ ਦੀ ਹੋਂਦ ਨੂੰ ਖਤਰਾ ਬਣ ਜਾਂਦਾ ਹੈ। ਇਹਨਾਂ ਜੰਗਲਾਂ ਦੇ ਨਸ਼ਟ ਹੋਣ ਦਾ ਇੱਕ ਹੋਰ ਬੁਰਾ ਪ੍ਰਭਾਵ ਭੂਖੋਰ ਵੀ ਹੈ। ਇਹ ਭੂਖੋਰ ਚਾਹੇ ਪਾਣੀ ਦੇ ਤੇਜ਼ ਵਹਾਅ ਕਾਰਨ ਹੋਵੇ ਜਾਂ ਫਿਰ ਹਵਾ ਦੇ ਤੇਜ਼ ਵਹਾਅ ਦੇ ਕਾਰਨ। ਇਹਨਾਂ ਜੰਗਲਾਂ ਦੇ ਨਸ਼ਟ ਹੋਣ ਕਾਰਨ ਹੀ ਪੌਦਿਆਂ ਤੇ ਜੀਵ ਜੰਤੂਆਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਜਾਂ ਤਾਂ ਖਤਮ ਹੋ ਚੁੱਕੀਆਂ ਹਨ ਜਾਂ ਖਾਤਮੇ ਦੀ ਕਗਾਰ 'ਤੇ ਹਨ। ਰੈੱਡ ਡਾਟਾ ਬੁੱਕ। ਰੈੱਡ ਡਾਟਾ ਬੁੱਕ ਇੱਕ ਅਜਿਹਾ ਸਰੋਤ ਹੈ ਜੋ ਸਾਰੀਆਂ ਖਤਰੇ ਦੇ ਕਗਾਰ 'ਤੇ ਪਹੁੰਚ ਚੁੱਕੀਆਂ ਪ੍ਰਜਾਤੀਆਂ ਦਾ ਰਿਕਾਰਡ ਰੱਖਦੀ ਹੈ। ਪੌਦਿਆਂ, ਜੰਤੂਆਂ ਅਤੇ ਹੋਰ ਪ੍ਰਜਾਤੀਆਂ ਲਈ ਅਲੱਗ-ਅਲੱਗ ਰੈੱਡ ਡਾਟਾ ਬੁੱਕਸ ਹੁੰਦੀਆਂ ਹਨ। ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਨੇ ਇਹ ਕਿਤਾਬ ਪਹਿਲੀ ਵਾਰ 1964 ਈਸਵੀ ਵਿੱਚ ਤਿਆਰ ਕੀਤੀ ਸੀ। ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਐਕਸਟਿੰਕਟ ਸਪੀਸੀਜ਼। ਉਹ ਪ੍ਰਜਾਤੀਆਂ ਜਿਹੜੀਆਂ ਇਸ ਪ੍ਰਿਥਵੀ ਤੋਂ ਅਲੋਪ ਹੋ ਚੁੱਕੀਆਂ ਹਨ, ਉਹਨਾਂ ਨੂੰ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਕਿਹਾ ਜਾਂਦਾ ਹੈ, ਜਿਵੇਂ ਬੁਲੀ ਮੈਮਥ, ਡਾਇਨਾਸੌਰ, ਗਰਾਊਂਡ ਸਲੋਥ, ਡੋਡੋ, ਗੋਲਡਨ ਫਰੌਗ, ਪੈਸੇਂਜਰ ਪਿਜਨ, ਸੇਬਰ ਟੂਥਡ ਟਾਈਗਰ, ਤਸਮੈਨੀਅਨ ਟਾਈਗਰ ਆਦਿ। ਖਾਤਮੇ ਦੀ ਕਗਾਰ 'ਤੇ ਪ੍ਰਜਾਤੀਆਂ ਜਾਂ ਸੰਕਟਕਾਲੀਨ ਪ੍ਰਜਾਤੀਆਂ ਇੰਡੇਂਜਰਡ ਸਪੀਸੀਜ਼।
ਉਹ ਪ੍ਰਜਾਤੀਆਂ ਜਿਹੜੀਆਂ ਖਾਤਮੇ ਦੀ ਕਗਾਰ 'ਤੇ ਹਨ ਉਹਨਾਂ ਨੂੰ ਸੰਕਟਕਾਲੀਨ ਪ੍ਰਜਾਤੀਆਂ ਕਿਹਾ ਜਾਂਦਾ ਹੈ, ਜਿਵੇਂ ਐਲੀਫੈਂਟ, ਰਿਨੋਸੀਰੋਸ, ਪੋਲਰ ਬੀਅਰ, ਗੋਰਿਲਾ, ਟਾਈਗਰ, ਪਾਂਡਾ ਆਦਿ। ਇਸ ਤਰ੍ਹਾਂ ਜੰਗਲ ਅਤੇ ਜੰਗਲੀ ਜੀਵਨ ਦੀ ਮਹੱਤਤਾ ਨੂੰ ਸਮਝਦੇ ਹੋਏ ਸਰਕਾਰਾਂ ਵੱਲੋਂ ਪੌਦਾ ਜਗਤ, ਜੰਤੂ ਜਗਤ ਅਤੇ ਉਹਨਾਂ ਦੇ ਨਿਵਾਸ ਸਥਾਨਾਂ ਨੂੰ ਬਚਾ ਕੇ ਰੱਖਣ ਲਈ ਕੁਝ ਸੁਰੱਖਿਅਤ ਖੇਤਰ ਬਣਾਏ ਗਏ ਹਨ, ਜਿਨ੍ਹਾਂ ਨੂੰ ਰੱਖਾਂ, ਨੈਸ਼ਨਲ ਪਾਰਕ ਅਤੇ ਜੀਵ ਮੰਡਲ ਰਿਜ਼ਰਵ ਕਿਹਾ ਜਾਂਦਾ ਹੈ। ਇਹਨਾਂ ਨੂੰ ਸੁਰੱਖਿਅਤ ਰੱਖਣ ਲਈ ਸਰਕਾਰ ਵੱਲੋਂ ਨਿਯਮ, ਵਿਧੀਆਂ ਅਤੇ ਨੀਤੀਆਂ ਵੀ ਬਣਾਈਆਂ ਗਈਆਂ ਹਨ, ਜਿਵੇਂ ਕਿ ਇਹਨਾਂ ਖੇਤਰਾਂ ਵਿੱਚ ਖੇਤੀ ਕਰਨੀ, ਪਸ਼ੂ ਚਰਾਉਣੇ, ਦਰੱਖਤਾਂ ਦੀ ਕਟਾਈ ਅਤੇ ਸ਼ਿਕਾਰ ਕਰਨਾ ਆਦਿ ਦੀ ਸਖਤ ਮਨਾਹੀ ਹੁੰਦੀ ਹੈ। ਬਾਇਓਸਫੀਅਰ ਰਿਜ਼ਰਵ ਜਾਂ ਜੀਵ ਮੰਡਲ ਰਿਜ਼ਰਵ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸੇ ਖਾਸ ਖੇਤਰ ਵਿੱਚ ਪਾਏ ਜਾਣ ਵਾਲੇ ਪੌਦੇ, ਜੀਵ ਜੰਤੂ ਅਤੇ ਬਨਸਪਤੀ ਕਿਸੇ ਹੋਰ ਖੇਤਰ ਵਿੱਚ ਪਾਏ ਜਾਣ ਵਾਲੇ ਪੌਦਿਆਂ, ਜੀਵ ਜੰਤੂਆਂ ਅਤੇ ਬਨਸਪਤੀ ਤੋਂ ਭਿੰਨ ਹੁੰਦੇ ਹਨ। ਇਸ ਨੂੰ ਹੀ ਜੀਵ ਵਿਭਿੰਨਤਾ ਕਹਿੰਦੇ ਹਨ। ਕਿਸੇ ਖਾਸ ਖੇਤਰ ਦੀ ਜੀਵ ਵਿਭਿੰਨਤਾ ਅਤੇ ਸੱਭਿਆਚਾਰ ਨੂੰ ਬਚਾ ਕੇ ਰੱਖਣ ਦੇ ਉਦੇਸ਼ ਲਈ ਜੀਵ ਮੰਡਲ ਰਿਜ਼ਰਵ ਬਣਾਏ ਗਏ ਹਨ। ਜੀਵ ਮੰਡਲ ਰਿਜ਼ਰਵ ਇੱਕ ਵਿਸ਼ਾਲ ਖੇਤਰ ਹੁੰਦਾ ਹੈ ਜਿਹੜਾ ਪੌਦਿਆਂ, ਜੰਤੂਆਂ ਅਤੇ ਆਦੀਵਾਸੀਆਂ ਨੂੰ ਪਾਰੰਪਰਿਕ ਜੀਵਨ ਢੰਗ ਅਨੁਸਾਰ ਰਹਿਣ ਲਈ ਸੁਰੱਖਿਅਤ ਰੱਖਿਆ ਹੁੰਦਾ ਹੈ। ਇਸ ਖੇਤਰ ਵਿੱਚ ਉੱਥੋਂ ਦੇ ਮੁੱਢਲੇ ਵਸਨੀਕ ਆਪਣੀਆਂ ਰੋਜ਼ਾਨਾ ਦੀਆਂ ਜੀਵਨ ਗੁਜ਼ਰਨ ਕਰਨ ਦੀਆਂ ਗਤੀਵਿਧੀਆਂ ਜਾਰੀ ਰੱਖ ਸਕਦੇ ਹਨ। ਇਹਨਾਂ 'ਤੇ ਕਿਸੇ ਤਰ੍ਹਾਂ ਦੀ ਵੀ ਕੋਈ ਪਾਬੰਦੀ ਨਹੀਂ ਹੁੰਦੀ। ਇੱਕ ਜੀਵ ਮੰਡਲ ਰਿਜ਼ਰਵ ਵਿੱਚ ਹੋਰ ਵੀ ਕਈ ਸੁਰੱਖਿਅਤ ਖੇਤਰ ਹੋ ਸਕਦੇ ਹਨ, ਜਿਵੇਂ ਜੰਗਲੀ ਜੀਵਨ ਰੱਖਾਂ ਜਾਂ ਨੈਸ਼ਨਲ ਪਾਰਕ। ਉਦਾਹਰਣ ਲਈ, ਜਿਵੇਂ ਕਿ ਪੰਚਮੜੀ ਜੀਵ ਮੰਡਲ ਰਿਜ਼ਰਵ ਅੰਦਰ ਸਤਪੁੜਾ ਨਾਂ ਦਾ ਨੈਸ਼ਨਲ ਪਾਰਕ ਅਤੇ ਬੋਰੀ ਅਤੇ ਪੰਚਮੜੀ ਨਾਂ ਦੀਆਂ 2 ਰੱਖਾਂ ਵੀ ਹਨ। ਵਾਈਲਡ ਲਾਈਫ ਸੈਂਚੁਰੀ ਜੰਗਲੀ ਜੀਵਨ ਰੱਖਾਂ। ਜੰਗਲੀ ਜੀਵਨ ਰੱਖਾਂ ਜੰਗਲੀ ਜੀਵਾਂ ਨੂੰ ਸੁਰੱਖਿਆ ਅਤੇ ਜਿਉਂਦੇ ਰਹਿਣ ਲਈ ਢੁਕਵੇਂ ਹਾਲਾਤ ਪ੍ਰਦਾਨ ਕਰਦੀਆਂ ਹਨ। ਇਹ ਅਜਿਹੇ ਖੇਤਰ ਹੁੰਦੇ ਹਨ ਜਿੱਥੇ ਜਾਨਵਰਾਂ ਨੂੰ ਮਾਰਨ ਜਾਂ ਸ਼ਿਕਾਰ ਕਰਨ ਦੀ ਪੂਰਨ ਮਨਾਹੀ ਹੁੰਦੀ ਹੈ। ਜੰਗਲੀ ਜੀਵਨ ਰੱਖਾਂ ਦੀਆਂ ਪਾਬੰਦੀਆਂ ਜੀਵ ਮੰਡਲ ਰਿਜ਼ਰਵ ਨਾਲੋਂ ਜ਼ਿਆਦਾ ਸਖਤ ਹੁੰਦੀਆਂ ਹਨ। ਨੈਸ਼ਨਲ ਪਾਰਕ। ਨੈਸ਼ਨਲ ਪਾਰਕ ਅਜਿਹੇ ਰਾਖਵੇਂ ਖੇਤਰ ਹੁੰਦੇ ਹਨ ਜਿਹੜੇ ਉਸ ਖੇਤਰ ਦੀ ਬਨਸਪਤੀ, ਜੀਵ ਜੰਤੂ ਅਤੇ ਕੁਦਰਤੀ ਭੂ-ਦ੍ਰਿਸ਼ ਦਾ ਸੁਰੱਖਿਅਣ ਕਰਨ ਦੇ ਮਕਸਦ ਨਾਲ ਬਣਾਏ ਹੁੰਦੇ ਹਨ। ਸਤਪੁੜਾ ਨੈਸ਼ਨਲ ਪਾਰਕ ਭਾਰਤ ਦਾ ਪਹਿਲਾ ਸੁਰੱਖਿਅਤ ਜੰਗਲ ਹੈ। ਨੈਸ਼ਨਲ ਪਾਰਕ ਵਿੱਚ ਉਹਨਾਂ ਪ੍ਰਜਾਤੀਆਂ ਦਾ ਸੰਰਖਣ ਕੀਤਾ ਜਾਂਦਾ ਹੈ ਜੋ ਖਤਰੇ ਦੀ ਕਗਾਰ 'ਤੇ ਹੁੰਦੀਆਂ ਹਨ। ਨੈਸ਼ਨਲ ਪਾਰਕ ਵਿੱਚ ਦਰੱਖਤ ਕੱਟਣ ਅਤੇ ਸ਼ਿਕਾਰ ਕਰਨ ਦੀ ਸਖਤ ਮਨਾਹੀ ਤਾਂ ਹੁੰਦੀ ਹੈ, ਸਗੋਂ ਬਿਨਾਂ ਇਜਾਜ਼ਤ ਇਨਸਾਨ ਦੇ ਦਾਖਲ ਹੋਣ ਦੀ ਵੀ ਪੂਰਨ ਪਾਬੰਦੀ ਹੁੰਦੀ ਹੈ। ਪ੍ਰਵਾਸੀ ਪੰਛੀ ਮਾਈਗ੍ਰੇਟਰੀ ਬਰਡਸ। ਪ੍ਰਵਾਸੀ ਪੰਛੀ ਉਹ ਪੰਛੀ ਹੁੰਦੇ ਹਨ ਜਿਹੜੇ ਜਲਵਾਯੂ ਦੇ ਬਦਲਣ ਨਾਲ ਜਾਂ ਅੰਡੇ ਦੇਣ ਲਈ ਸੰਸਾਰ ਦੇ ਇੱਕ ਹਿੱਸੇ ਤੋਂ ਉੱਡ ਕੇ ਦੂਜੇ ਹਿੱਸੇ ਵਿੱਚ ਚਲੇ ਜਾਂਦੇ ਹਨ। ਉਹਨਾਂ ਨੂੰ ਪ੍ਰਵਾਸੀ ਪੰਛੀ ਕਿਹਾ ਜਾਂਦਾ ਹੈ, ਜਿਵੇਂ ਗ੍ਰੇਟਰ ਫਲੈਮਿੰਗੋ, ਬਲੂ ਥਰੋਟ, ਗੈਟਬਾਲ, ਸਾਈਬੇਰੀਅਨ ਕ੍ਰੇਨ ਆਦਿ। ਸੋ ਬੇਟੇ, ਇਹ ਸੀ ਲੈਸਨ ਨੰਬਰ 7, ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ, ਕੰਜ਼ਰਵੇਸ਼ਨ ਆਫ ਪਲਾਂਟਸ ਐਂਡ ਐਨੀਮਲਸ। ਫਿਰ ਮਿਲਾਂਗੇ ਕਿਸੇ ਹੋਰ ਦਿਨ ਕਿਸੇ ਹੋਰ ਲੈਸਨ ਦਾ ਵੀਡੀਓ ਲੈ ਕੇ। ਓਕੇ, ਬਾਏ, ਹੈਵ ਅ ਨਾਈਸ ਡੇ, ਸਟੇ ਐਟ ਹੋਮ, ਸਟੇ ਹੈਲਦੀ।